ਲੁਧਿਆਣਾ ਦੇ ਸਰਕਾਰੀ ਕਾਲਜ ਵਿੱਚ ਕੁਝ ਗੁੰਡਾ ਅਨਸਰਾਂ ਨੇ ਕਾਲਜ ਦੇ 2 ਵਿਦਿਆਰਥੀਆਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਜ਼ਖਮੀ। ਨਿੱਜੀ ਰੰਜਿਸ਼ ਰਹੀ ਹਮਲੇ ਦੀ ਵਜ੍ਹਾ। ਮੋਗਾ ਪੁਲਿਸ ਨੇ ਸ਼ਹਿਰ ਵਿੱਚ ਵਾਹਨ ਚੋਰੀ ਕਰਨ ਵਾਲੇ ਇੱਕ ਚੋਰ ਗਿਰੋਹ ਦਾ ਕੀਤਾ ਪਰਦਾਫਾਸ਼। ਚੋਰੀ ਦੇ 12 ਮੋਟਰਸਾਈਕਲਾਂ ਸਮੇਤ ਗਿਰੋਹ ਦੇ 2 ਮੈਂਬਰ ਕਾਬੂ। ਅਤੇ ਫਰੀਦਾਬਾਦ ਦੇ ਸੈਕਟਰ 16 ਵਿੱਚ ਟੈਕਸੀ ਸਟੈਂਡ ਤੇ ਇੱਕ ਵਿਅਕਤੀ ਦਾ ਤੇਜ਼ਧਾਰ ਹਥਿਆਰ ਦੇ ਨਾਲ ਕੀਤਾ ਗਿਆ ਕਤਲ। ਵਾਰਦਾਤ ਨੂੰ ਅੰਜਾਮ ਦੇ ਕੇ ਮੁਲਜ਼ਮ ਫਰਾਰ। ਜੀ ਬੁਲੇਟਿਨ ਦੀ ਤਫਸੀਲ ਤੇ ਸਭ ਤੋਂ ਪਹਿਲਾਂ ਖਬਰ ਹੈ ਲੁਧਿਆਣਾ ਤੋਂ, ਜਿੱਥੋਂ ਦੇ ਸਰਕਾਰੀ ਕਾਲਜ ਵਿੱਚ ਗੁੰਡਾਗਰਦੀ ਦਾ ਨਾਚ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਕਾਲਜ ਦੇ 2 ਵਿਦਿਆਰਥੀਆਂ ਉੱਪਰ ਕੁਝ ਗੁੰਡਾ ਅਨਸਰਾਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ। ਹਾਦਸੇ ਵਿੱਚ ਇਹ ਦੋਵੇਂ ਵਿਦਿਆਰਥੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜੋ ਹਸਪਤਾਲ ਦੇ ਵਿੱਚ ਜ਼ੇਰ ਇਲਾਜ ਨੇ। ਮੌਕੇ ਤੇ ਪਹੁੰਚੀ ਪੁਲਿਸ ਦੇ ਮੁਤਾਬਿਕ ਇਸ ਘਟਨਾ ਦੀ ਵਜ੍ਹਾ ਵਿਦਿਆਰਥੀਆਂ ਦੀ ਆਪਸੀ ਨਿੱਜੀ ਰੰਜਿਸ਼ ਹੈ ਅਤੇ ਹਮਲਾ ਕਰਨ ਵਾਲਿਆਂ ਵਿੱਚੋਂ ਕੁਝ ਲੋਕਾਂ ਦੀ ਪਹਿਚਾਣ ਵੀ ਹੋ ਚੁੱਕੀ ਹੈ, ਜਿਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਛੇਤੀ ਹੀ ਸਾਰੇ ਮੁਲਜ਼ਮਾਂ ਨੂੰ गिरफ्तार कर लिया जाएगा। भारत चौक तो 20-25 मोटरसाइकिल आए, इन्होंने छटा लिया बस सिर ते मारिया राड़ का दार वाली साइड चले भारत चौक वाली साइड। ਇਹਨੂੰ ਮੌਕੇ ਤੇ ਕਿੱਦਾਂ ਲਿਆਂਦਾ ਗਿਆ ਫਿਰ? हाँ जी कॉलेज के मुंडे आ गए थे। ਅੱਛਾ हाँ जी वो चक लगे। ਇਹਦੇ ਤੋਂ ਰੋਜ਼ ਪਾਲਿਸ਼ ਕਰਾਉਂਦੇ ਸੀ? नहीं नहीं ਹਾਂਜੀ रोज नहीं। ਲੱਗਾ ਵੀ ਜਿਹੜੇ ਮੁੰਡੇ ਇੰਜਰਡ ਹੈਗੇ ਉਹ ਦਇਆਨੰਦ ਨੂੰ ਲਏ ਹੈਗੇ ਤੇ ਨਹੀਂ ਹੈ ਕਿ 2 ਮੁੰਡੇ ਇੰਜਰਡ ਨੇ, ਇੱਕ ਦੇ ਸਿਰ 'ਚ ਲੱਗੀ ਹੈਗੀ ਹੈ, ਉਹਦੇ ਮੁੰਡੇ ਲੱਗੇ ਹੈਗੇ ਤੇ ਇਹ ਪਤਾ ਲੱਗਾ ਹੈਗਾ ਪਹਿਲਾਂ ਇਹਨਾਂ ਦੀ ਪੁਰਾਣੀ ਝਗੜਾ ਸੀਗਾ, ਕੋਈ ਪੈਚਅਪ ਹੋ ਗਿਆ ਸੀਗਾ। ਉਸ 'ਚ ਇਹਨਾਂ ਦੀ ਆਪਸ ਵਿੱਚ ਗੱਲਬਾਤ ਹੋ ਰਹੀ ਸੀ, ਨਾ ਤਾਂ ਇਹਨਾਂ ਨੇ ਕੋਈ ਤਲਾਹ ਦਿੱਤੀ ਸੀ ਥਾਣੇ, ਆਪਸ ਵਿੱਚ ਹੀ ਸੈਟਿੰਗ ਕਰ ਰਹੇ ਸੀ। ਉਹਦੇ ਚੱਲਦੇ ਅੱਗੇ ਉਹ ਮੁੰਡੇ ਸੀਗੇ, ਉਹਨਾਂ ਨੇ ਅੱਜ ਲੜਾਈ ਝਗੜਾ ਕੀਤਾ, ਇਹਨਾਂ ਨੂੰ ਸੱਟਾਂ ਮਾਰੀਆਂ ਹੈਗੀਆਂ। ਬੰਦੇ ਆਇਡੈਂਟੀਫਾਈ ਨੇ, 3 ਬੰਦੇ ਬਾਈ ਨੇਮ ਨੇ ਤੇ ਬਾਕੀ ਅਨਨੋਨ ਨੇ। ਮੁਕੱਦਮਾ ਦਰਜ ਕੀਤਾ ਜਾ ਰਿਹਾ, ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ। ਮੋਗਾ ਪੁਲਿਸ ਨੇ ਸ਼ਹਿਰ ਵਿੱਚ ਵਾਹਨ ਚੋਰੀ ਕਰਨ ਵਾਲੇ ਇੱਕ ਚੋਰ ਗਿਰੋਹ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੂੰ ਇਹ ਕਾਮਯਾਬੀ ਉਸ ਵੇਲੇ ਮਿਲੀ ਜਦੋਂ ਪਿੰਡ ਕੋਕਰੀ ਕਲਾਂ ਦੇ ਨੇੜੇ ਨਾਕੇਬੰਦੀ ਤੇ ਇਹਨਾਂ ਨੂੰ ਰੋਕ ਕੇ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਗਈ। ਹਾਲਾਂਕਿ ਇਹਨਾਂ ਦਾ ਇੱਕ ਹੋਰ ਸਾਥੀ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਫੜੇ ਗਏ ਗਿਰੋਹ ਦੇ ਕੋਲੋਂ 12 ਵੱਖ-ਵੱਖ ਮੋਟਰਸਾਈਕਲ ਬਰਾਮਦ ਹੋਏ ਨੇ ਅਤੇ ਮੋਗਾ ਪੁਲਿਸ ਨੂੰ ਉਮੀਦ ਹੈ ਕਿ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਏਗਾ ਅਤੇ ਪੁੱਛਗਿੱਛ ਮਗਰੋਂ ਕੁਝ ਹੋਰ ਚੋਰੀਆਂ ਦੇ ਵੀ ਖੁਲਾਸੇ ਹੋ ਸਕਦੇ ਨੇ। ਤਿੰਨ ਬੰਦੇ ਨਾਕੇ ਦੌਰਾਨ ਆਏ ਤਾਂ ਜੋ ਜਿਹਨਾਂ ਮੋਟਰਸਾਈਕਲ ਚੈੱਕ ਕੀਤੇ ਤਾਂ ਉਹ ਚੋਰੀ ਦੇ ਮੋਟਰਸਾਈਕਲ ਨਿਕਲੇ। ਇੱਕ ਬੰਦਾ ਗੁਰਜੰਟ ਸਿੰਘ ਨਾਮ ਦਾ ਮੌਕੇ ਤੋਂ ਭੱਜ ਗਿਆ। ਉਹਨਾਂ ਤੋਂ ਬਾਅਦ ਉਹਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ। ਮੁਕੱਦਮਾ ਦਰਜ ਕਰਨ ਤੋਂ ਬਾਅਦ ਜਦੋਂ ਉਹਨਾਂ ਪਾਸੋਂ ਪੁੱਛਗਿੱਛ ਕੀਤੀ ਤਾਂ ਉਹਨਾਂ ਪਾਸੋਂ 9 ਵਹੀਕਲ ਚੋਰੀ ਦੇ ਹੋਰ ਮਿਲੇ। ਟੋਟਲ ਸਾਨੂੰ 4 ਐਕਟਿਵਾ ਤੇ 9 ਮੋਟਰਸਾਈਕਲ ਰਿਕਵਰ ਹੋਏ ਨੇ, ਜਿਨ੍ਹਾਂ ਦੀ ਤਕਰੀਬਨ 8-9 ਲੱਖ ਰੁਪਇਆ ਕੀਮਤ ਬਣਦੀ ਹੈ ਅਤੇ ਇਹਨਾਂ ਪਾਸੋਂ ਹੋਰ ਵੀ ਪੁੱਛਗਿੱਛ ਜਾਰੀ ਹੈ। ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲੈ ਕੇ ਇਹਨਾਂ ਪਾਸੋਂ ਹੋਰ ਰਿਕਵਰੀ ਕਰਾਈ ਜਾਊਗੀ ਅਤੇ ਨਾਲ ਭੱਜਿਆ ਹੋਇਆ ਬੰਦਾ ਵੀ ਗ੍ਰਿਫਤਾਰ ਕੀਤਾ ਜਾਏਗਾ। ਲੁਧਿਆਣਾ ਦੇ ਹੀ ਮਹਾਰਾਜ ਨਗਰ ਵਿੱਚ ਉਸ ਵੇਲੇ ਇੱਕ ਮੰਦਭਾਗਾ ਹਾਦਸਾ ਵਾਪਰ ਗਿਆ ਜਦੋਂ ਬਾਰਿਸ਼ ਕਾਰਨ ਇੱਕ 3 ਮੰਜ਼ਿਲਾ ਇਮਾਰਤ ਦੀ ਉੱਪਰਲੀ ਮੰਜ਼ਿਲ ਢਹਿ ਢੇਰੀ ਹੋ ਗਈ, ਜਿਸ ਕਾਰਨ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਹੈ। ਦਰਅਸਲ ਇਸ ਇਮਾਰਤ ਵਿੱਚ ਜ਼ਿਆਦਾਤਰ ਲੋਕ ਕਿਰਾਏ ਤੇ ਰਹਿੰਦੇ ਨੇ। ਇਸ ਇਮਾਰਤ ਵਿੱਚ ਰਹਿਣ ਵਾਲੇ ਲੋਕਾਂ ਦੀ ਮੰਨੀਏ ਤਾਂ ਇਸ ਇਮਾਰਤ ਦੀ ਖਸਤਾ ਹਾਲਤ ਬਾਰੇ ਕਈ ਵਾਰੀ ਇਸ ਦੇ ਮਾਲਕ ਨੂੰ ਦੱਸਿਆ ਜਾ ਚੁੱਕਾ ਹੈ, ਪਰ ਇਸ ਦੀ ਮੁਰੰਮਤ ਨਹੀਂ ਕਰਵਾਈ ਗਈ। पापा 12 बजे आए थे काम पे से, ठीक है, वो सो गए थे। जब 4 बजे उठे थे बाथरूम के लिए, तो बाथरूम में जब गए थे ना तो बाथरूम करते करते ये बाथरूम लेते ही नीचे आ गए, बाथरूम टूट गया। तुम लोग किराए पे रहते हो? हाँ जी किराए पे। लोग किराए पे? मिनिमम 8 से 10 लोग हैं। हाँ ये छूता था, ये पहले भी बोला था कि ठीक करा दो। हाँ उन्होंने ठीक नहीं करा? नहीं। ਜੀ ਜ਼ੁਰਮ ਨਾਲ ਜੁੜੀ ਖਬਰ ਅਗਲੀ ਹੈ ਹਰਿਆਣਾ ਦੇ ਫਰੀਦਾਬਾਦ ਤੋਂ, ਜਿੱਥੇ ਸੈਕਟਰ 16 ਵਿੱਚ ਟੈਕਸੀ ਸਟੈਂਡ ਤੇ ਇੱਕ ਵਿਅਕਤੀ ਦਾ ਤੇਜ਼ਧਾਰ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ। ਇਸ ਵਾਰਦਾਤ ਨੂੰ ਅੰਜਾਮ ਦੇ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮਹੇਸ਼ ਕੁਮਾਰ ਟੈਕਸੀ ਚਾਲਕ ਸੀ, ਜਿਸ ਦਾ ਕਾਤਲ ਸੀਪੀ ਨਾਮ ਦੇ ਵਿਅਕਤੀ ਦੇ ਨਾਲ ਟੈਕਸੀ ਸਟੈਂਡ ਤੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ ਦੀ ਵਜ੍ਹਾ ਕਰਕੇ ਹੀ ਉਸਨੇ ਮਹੇਸ਼ ਕੁਮਾਰ ਨੂੰ ਚਾਕੂਆਂ ਦੇ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ। ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਮੁਤਾਬਿਕ ਇਸ ਮਾਮਲੇ ਵਿੱਚ ਕੁਝ ਹੋਰ ਲੋਕ ਵੀ ਸ਼ਾਮਿਲ ਹੋ ਸਕਦੇ ਨੇ, ਕਿਉਂਕਿ ਟੈਕਸੀ ਸਟੈਂਡ ਤੇ ਕਿਸੇ ਨੇ ਵੀ ਰਮੇਸ਼ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ।
उधर फरीदाबाद पुलिस मुलजिम की तलाश में जुटी हुई है। पता चला कोई शिब्बी नाम का लड़का है, जैसे नाम आ रहा है जी जी। उसने इसको चाकू मारा, तो एट द स्पॉट मौके पे इसकी डेथ। झगड़े का तो अभी आगे खुलासा चलेगा भी, तो जैसे बयान देंगे उस हिसाब से पता चलेगा भी। तो आके यहाँ डेड बॉडी देखी है अभी। ਉੱਘੇ ਉਦਯੋਗਪਤੀ ਤੇ ਸਮਾਜ ਸੇਵਕ ਐਸਪੀ ਸਿੰਘ ਉਬਰਾਏ ਦੀ ਅਗਵਾਈ ਹੇਠ ਚੱਲ ਰਹੇ ਸਰਬੱਤ ਦਾ ਭਲਾ ਟਰਸਟ ਵੱਲੋਂ ਬੇਸਹਾਰਾ ਬੱਚਿਆਂ, ਵਿਧਵਾ ਔਰਤਾਂ ਤੇ ਲੋੜਵੰਦਾਂ ਦੇ ਲਈ ਚਲਾਈ ਗਈ ਪੈਨਸ਼ਨ ਯੋਜਨਾ ਦੇ ਤਹਿਤ ਅੰਮ੍ਰਿਤਸਰ ਵਿੱਚ ਬੀਤੇ ਦਿਨ 75 ਲੋੜਵੰਦਾਂ ਨੂੰ ਪੈਨਸ਼ਨ ਦੇ ਚੈੱਕ ਤਕਸੀਮ ਕੀਤੇ ਗਏ, ਜਿਨ੍ਹਾਂ ਵਿੱਚ 68 ਔਰਤਾਂ ਤੇ 7 ਬੱਚੇ ਸ਼ਾਮਲ ਸਨ। ਪੱਤਰਕਾਰਾਂ ਨਾਲ ਗੱਲਬਾਤ ਵਿੱਚ ਉਬਰਾਏ ਨੇ ਕਿਹਾ ਕਿ ਟਰਸਟ ਵੱਲੋਂ ਪ੍ਰਤੀ ਮਹੀਨਾ 750 ਰੁਪਏ ਦੇ ਹਿਸਾਬ ਦੇ ਨਾਲ ਪੈਨਸ਼ਨ ਯੋਜਨਾ ਤੋਂ ਇਲਾਵਾ ਲੋੜਵੰਦਾਂ ਲਈ ਕਈ ਹੋਰ ਨਵੀਆਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਨੇ। इस मौके ट्रस्ट के जनरल सकत्तर गगनदीप सिंह आहूजा भी मौजूद सन। पंजाबी यूनिवर्सिटी पटियाला के श्री गुरु ग्रंथ साहिब अध्ययन विभाग वालों शख्सियत की उसारी विषय ते एक सैमीनार का आयोजन किया गया। पदार्थवाद के चौकाचौंध में फस के अध्यात्मिक और नैतिक गुणों तो दूर होंदी जा रही नौजवान पीढ़ी नूं अध्यात्मक गुणों राही अपनी शख्सियत की प्रेरणा देने के मनोरथ नाल चढ़दी कला ग्रुप के चेयरमैन सरदार जगजीत सिंह दर्दी के उपराले और प्रेरणा सदका सैमीनार में विश्व प्रसिद्ध सिख विद्वान वीर भुपिंदर सिंह जी USA वालियां ने यूनिवर्सिटी के विद्यार्थियों, अध्यापकों और होर विद्वान नौजवानों के नाल गुरमत विचारों की सांझ पाई। सैमीनार का उद्घाटन डॉक्टर दविंदर सिंह रजिस्ट्रार पंजाबी यूनिवर्सिटी ने अपने कार्यक्रमां नाल कीता। समागम की शुरुआत डॉक्टर सरबजिंदर सिंह मुखी श्री गुरु ग्रंथ साहिब विभाग ने प्रधानगी भाषण नाल कीती। इस मौके डॉक्टर AS चावला डीन अकादमिक मामले और एक्टिंग वाइस चांसलर पंजाबी यूनिवर्सिटी मुख्य मेहमान के तौर पर पहुंचे सन, जिन्हां उगे सिख विद्वान वीर भुपिंदर सिंह जी का धन्नवाद करदे होया अते उन्हां दे विचारां की शलाघा करते हुए भविख विच वीर भुपिंदर सिंह जी के होर भी सैमीनार करवाउण की वचनबद्धता प्रगटाई। अंत नूं चढ़दी कला टाइम TV के समुचे परिवार वालों भी वीर भुपिंदर सिंह जी अते होर उगियां शख्सियतां दा फुल्लां दे गुलदस्ते ते यादगारी चिन्ह पेंट करके धन्नवाद किया गया। इस सारे प्रोग्राम की सफलता का सिहरा डॉक्टर सरबजिंदर सिंह जी मुखी गुरु ग्रंथ साहिब अध्ययन विभाग और डॉक्टर प्रबलीन सिंह जी एडमिनिस्ट्रेटिव अफसर के सिर जाता है। मैं सारी संगत की जानकारी लिए दसना चाहांगा कि वीर भुपिंदर सिंह जी न्यूयॉर्क के रहते हैं और प्रोफैशन तो इंजीनियर हैं। इन्हों उत्ते गुरु की कृपा हुई, इन्होंने अपने प्रोफैशन नाल भी इंसाफ किया। एक बहुत बड़े इंजीनियर, काबल इंजीनियर वजों अमरीका में इन्होंने अपना नामना प्राप्त किया। उस तो बाद जो सतगुर के दरबार इन्होंने गॉड गिफ्ट्स मिलियां, उन्होंने वंडन लई अपनी किरत कमाई के दसवंध विचों अपने कोलों पैसे खर्च के टिकट लैके केवल हिंदुस्तान ही नहीं सगों दुनिया के बहुत सारे देशों में जाके ये लिविंग प्रेयर दे जो इन्होंने ऑर्गेनाइजेशन बनाई है ये सेवा कर रहे हैं। रजिस्ट्रार साहब को दसना चाहांगा कि इन्होंने एक नवेकली किस्म का एक्सपैरीमेंट शुरू किया सी, क्योंकि असी प्रोफैशनल रागियों कोलों प्रचारकों कोलों असी बहुत कुछ सुनते हाँ, लेकिन एक प्रोफैशनल इंजीनियर तो गुरबाणी राही अपनी शख्सियत को निखारन की विਉਂਤ सीखनी, जांच सीखनी, ये साढ़े लिए एक नवा एक्सपीरियंस होगा। क्योंकि साढ़े विच श्री गुरु हरकृष्ण कॉलेज ऑफ मैनेजमेंट एंड टेक्नोलॉजी, CMD कॉलेज ऑफ मैनेजमेंट एंड टेक्नोलॉजी, श्री गुरु हरकृष्ण पब्लिक स्कूल सीनियर सैकेंडरी स्कूलों के स्टूडेंट भी बैठे हैं। इन्होंने बच्चों लिए अज का दिन एक गोल्डन अपॉर्चुनिटी के रूप में काम आएगा, क्योंकि जो ये अपनी स्टडीज़ कंप्लीट करके फील्ड के प्लेसमेंट वास्ते जाएंगे और जो इन्होंने नैशनल और मल्टीनैशनल कंपनियों में जॉब्स मिलनियाँ, उत्थे इन्होंने किस तरह सक्सैसफुल होना है, वो सारिया गल्लां अज वीर भुपिंदर सिंह जी की ज़बानी तुसीं सुनोगे। जो ये सैमीनार आयोजित किया जा रहा है परसनैलिटी डिवेलपमेंट थ्रू गुरबाणी, कि किमें असी गुरबाणी तो सेध लैके
ਆਪਣੀ ਪਰਸਨੈਲਿਟੀ ਦਾ ਨਿਖਾਰ ਕਰ ਸਕਦੇ ਹਾਂ, ਆਪਣੀ ਪਰਸਨੈਲਿਟੀ ਨੂੰ ਇੰਪਰੂਵ ਕਰ ਸਕਦੇ ਹਾਂ, ਚੰਗੇ ਇਨਸਾਨ ਬਣ ਸਕਦੇ ਹਾਂ। ਇਸ ਵਿਸ਼ੇ ਤੇ ਚਰਚਾ ਹੋਣੀ ਹੈ। ਇਹ ਵਿਸ਼ਾ ਖਾਸ ਤੌਰ ਤੇ ਜੋ ਸਾਡੀ ਨੌਜਵਾਨ ਪੀੜ੍ਹੀ ਹੈ, ਜੋ ਸਾਡੇ ਵਿਦਿਆਰਥੀ ਹਨ, ਜਿਹੜੇ ਕਿ ਅੱਜ ਇਸ ਹਾਲ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹਨ, ਉਹਨਾਂ ਲਈ ਬਹੁਤ ਜ਼ਰੂਰੀ ਹੈ ਤੇ ਉਹਨਾਂ ਲਈ ਬਹੁਤ ਵੱਡਾ ਮਾਰਗਦਰਸ਼ਕ ਬਣੇਗਾ ਅੱਜ ਦਾ ਇਹ ਸੈਮੀਨਾਰ, ਬਸ਼ਰਤੇ ਉਹ ਇਸ ਵਿਸ਼ੇ ਤੇ ਜੋ ਚਰਚਾ ਹੋਣੀ ਹੈ ਉਹਨੂੰ ਧਿਆਨ ਨਾਲ ਸੁਣ ਤੇ ਜੋ ਉਹਨਾਂ ਦੇ ਮਨ ਦੇ ਵਿੱਚ ਸ਼ੱਕ ਸੁਭਾ ਕੁਐਸਚਨ ਪੈਦਾ ਹੁੰਦੇ ਹਨ ਉਹਨਾਂ ਬਾਰੇ ਉਹ ਜਾਣਕਾਰੀ ਲੈਣ। ਜੋ ਵੀਰ ਭੁਪਿੰਦਰ ਸਿੰਘ ਜੀ ਇਹ ਉਪਰਾਲਾ ਕਰ ਰਹੇ ਨੇ ਤੇ ਜੋ ਉਹਨਾਂ ਨੂੰ ਇੱਥੇ ਲਿਆਉਣ ਦਾ ਉਪਰਾਲਾ ਚੜ੍ਹਦੀ ਕਲਾ ਗਰੁੱਪ ਨੇ ਕੀਤਾ ਹੈ, ਬਹੁਤ ਹੀ ਸਰਾਹਣਯੋਗ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਇਸ ਸਮਾਗਮ ਵਿੱਚ ਸ਼ਾਮਲ ਹੋ ਕੇ ਮੈਨੂੰ ਆਪਣੇ ਵੱਲੋਂ ਵੀ, ਡਾਕਟਰ ਸਰਬਜਿੰਦਰ ਸਿੰਘ ਹੋਰਾਂ ਵੱਲੋਂ ਵੀ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਇਹੋ ਜਿਹੇ ਸਮਾਗਮ ਵਿੱਚ ਸ਼ਾਮਲ ਹੋ ਰਹੇ ਹਾਂ, ਜਿਸ ਦੀ ਲੋੜ ਹੈ। ਤੇ ਚੜ੍ਹਦੀ ਕਲਾ ਗਰੁੱਪ ਨਾਲ ਹਮੇਸ਼ਾ ਹੀ ਅਸੀਂ ਕੋਈ ਨਾ ਕੋਈ ਕੋਲੈਬੋਰੇਸ਼ਨ ਕਰਦੇ ਰਹੇ ਹਾਂ ਤੇ ਕਰਦੇ ਰਹਾਂਗੇ। ਉਮੀਦ ਹੈ ਕਿ ਸਾਡੀ ਇਹ ਨੌਜਵਾਨ ਪੀੜ੍ਹੀ ਅੱਜ ਦੇ ਇਸ ਸੈਮੀਨਾਰ ਦਾ ਭਰਪੂਰ ਫਾਇਦਾ ਉਠਾਏਗੀ ਤੇ ਆਪਣੀ ਜੋ ਸ਼ਖਸੀਅਤ ਹੈ ਉਹਨੂੰ ਨਿਖਾਰਨ ਵਿੱਚ ਅੱਜ ਇੱਥੋਂ ਸੇਧ ਲੈ ਕੇ ਜਾਏਗੀ, ਤਾਂ ਹੀ ਇਸ ਤਰ੍ਹਾਂ ਦੇ ਸਮਾਗਮ ਕਰਨ ਦਾ ਕੋਈ ਫਾਇਦਾ ਹੈ। ਅਸੀਂ ਇਹਨਾਂ ਦੀ ਟੀਵੀ ਤੇ ਕਥਾ ਤਾਂ ਬੜੀ ਬੜੀ ਸੁਣੀ ਹੈ, ਪਰ ਅੱਜ ਮੌਕਾ ਮਿਲਿਆ, ਚਾਹੇ 5 ਮਿੰਟ ਹੀ ਮਿਲਿਆ, ਲੇਕਿਨ ਮੈਂ ਖੋ ਗਿਆ ਸੀ 5 ਮਿੰਟਾਂ ਵਿੱਚ। ਜਿਸ ਤਰੀਕੇ ਨਾਲ ਇਹਨਾਂ ਦਾ ਲੈ, ਜਿਸ ਤਰੀਕੇ ਨਾਲ ਇਹਨਾਂ ਦੀ ਵਿਆਖਿਆ, ਬਹੁਤ ਹੀ इंट्रोस्पैक्शन का मौका देती है सारा। मेरे ख्याल है अगे तो कदे कदे मैं देखता सी, हुण मैं लग रहा कि बई मैनू लगातार इन्हां दे विचार सुनने और उन्हां ते अमल करन दा एक मौका लेना चाहिए। मैनू दस्सिया गया सी कि अज एक पर्सनैलिटी डिवेलपमेंट वर्कशॉप के ऊपर व्याख्यान किया जाना है और मैं सोच रहा सी कि पर्सनैलिटी डिवेलपमेंट बेसिस जिहड़ी असी अपने गुरुआं दी बाणी तो होर ग्रंथां तो इधरों उधरों एकत्रित करके अपने अंदर पैदा करते हैं, ਉਹਦੇ ਕਿਹੜੇ ਕਿਹੜੇ ਅਲੱਗ-ਅਲੱਗ ਪੱਖ ਨੇ। ਤੇ ਇੱਕ ਪੱਖ ਮੈਨੂੰ ਯਾਦ ਆਇਆ, ਪਿੱਛੇ ਇੱਕ ਮੈਂ ਪ੍ਰੋਗਰਾਮ ਦੇਖ ਰਿਹਾ ਸੀ ਟੀਵੀ 'ਚ, ਉਹ ਕਹਿੰਦੇ ਸ਼ਾਇਦ 8-9 ਮਹੀਨੇ, ਜਿਹਦੇ ਵਿੱਚ ਇੱਕ ਕੌਨਫੀਡੈਂਸ ਦੀ ਜਿਹੜੀ ਅਸੀਂ ਗੱਲ ਕਰਦੇ ਹਾਂ, ਪਰਸਨੈਲਿਟੀ ਦਾ ਬੇਸਿਸ ਹੈ, ਉਹ ਬਾਹਰ ਉੱਭਰ ਕੇ ਆਉਂਦੀ ਸੀ। ਉਹਦੇ 'ਚ ਇੱਕ ਡਰ ਦੀ ਵਿਆਖਿਆ ਹੋ ਰਹੀ ਸੀ, ਕਿਉਂਕਿ ਕਈ ਵਾਰੀ ਸਾਡੀ ਪਰਸਨੈਲਿਟੀ ਦਾ ਨਿਖਾਰ ਇੱਕ ਡਰ ਕਰਕੇ उभर के नहीं आता। अंदर एक फीयर होता है, मन के अंदर एक फीयर होता है, जिहदे करके असी हमेशा अपने आप को किसी भी डायरैक्शन दे विच ले जाण दे विच नाकामयाब होने हैं। ये शायद व्याख्यान हो रहा सी, 2-3 मिनट की कपलिंग सीगी महाभारत दे विच कृष्ण की, तो दस रहा कि डर की होंदा है। इस साइड की फियर जड़ा है वो एक कल्पना है, और कल्पना की है एक फ्यूचरिस्टिक फ्यूचर की सोच है, वो कल्पना है जिहदे करके असीं एक डर नूं अपने आप के अंदर घर करन दा अपने आप ही एक जगह प्रोवाइड करते हैं। बीते दिनी पटियाला विखे चढ़दी कला ग्रुप के बानी ज्ञानी हरनाम सिंह जी की सालाना बरसी बड़ी ही शरधा भावना नाल मनाई गई। इस मौके गुरुद्वारा दुख निवारण साहिब के नेड़े शहीदे आजम कॉम्पलैक्स विखे बरसी समागम मौके श्री गुरु ग्रंथ साहिब जी का पाठ का भोग पाया गया, जिस तो बाद विश्व प्रसिद्ध सिख विद्वान वीर भुपिंदर सिंह जी अमरीका वाले ने गुरबानी कीर्तन और कथा विचारों के नाल संगत नूं जोड़िया, जिस दा संगतां ने भारी आनंद भी माणिया। इस मौके ज्ञानी हरनाम सिंह जी की सपुतनी सरदारनी हरबंस कौर, ज्ञानी जी के सपुत्र सरदार जगजीत सिंह दर्दी, सपुत्र सरदार प्रभजीत सिंह चौधरी और पोतरे हरप्रीत सिंह दर्दी, सतबीर सिंह दर्दी,
छतरपाल सिंह चौधरी, गुरप्रीत सिंह चौधरी समेत ਵੱਖ-ਵੱਖ शख्सियतां ने शरधा के फुੱਲ भेंट किए। चढ़दी कला ग्रुप के चेयरमैन सरदार जगजीत सिंह दर्दी ने अपने पिता ਗਿਆਨੀ हरनाम सिंह जी के जीवन आदर्शों से चानना पाउंदियां उन्हां दी सख्त मेहनत का नतीजा रोज़ाना चढ़दी कला अखबार, चढ़दी कला टाइम TV चैनल और श्री गुरु हरकृष्ण स्कूलों कॉलेजों समेत चढ़दी कला के ਵੱਖ-ਵੱਖ अदारियां की उदाहरण भी दिते। मेरा जो जन्म संगत में आया होगा जिंदगी शायद बहुत घट ये अवसर आए हो ये मैं गल संगत को कहना चाहता हाँ कि जिन्नियां भी दूसरी गल्लां वीर जी के रस्ता तो सुनिया ये ज्ञानी हरनाम सिंह जी का विरसा है, ये मिठास, ये सिक्खी का जो सोहना विरसा इन्होंने संसार के सामने पेश किया है, ये ज्ञानी हरनाम सिंह जी का आदर्श से जो चढ़दी कला अखबार, चढ़दी कला टाइम TV, गुरु हरकृष्ण पब्लिक स्कूल के कॉलेज अज पटियाले उन्होंने दक्षिण कदम से चल के खालसा पंथ के सामने एक नमूना पेश करते सो इस बुलेटिन में फिलहाल इन्ना ही, कुछ होर खबरां लैके फिर मिलांगे, तद तक लिए इजाजत दिओ।